ਤੁਹਾਨੂੰ ਸਾਰਿਆਂ ਨੂੰ ਪਿਆਰ ਮਸੀਹ ਦੀ। ਮੇਰਾ ਨਾਮ ਤਬੀਤਾ ਹੈ ਐਂਡ ਮੈਂ US ਦੇ ਵਿੱਚ ਰਹਿੰਦੀ ਹਾਂ। ਤੁਸੀਂ ਜਾਣਦੇ ਹੋ ਕਿਉਂਕਿ ਮੈਂ ਪਹਿਲਾਂ ਵੀ ਇੱਕ ਦੋ ਤੁਹਾਡੇ ਨਾਲ ਸ਼ੇਅਰਿੰਗ ਕਰ ਚੁੱਕੀ ਹਾਂ ਤੇ ਅੱਜ ਫਿਰ ਮੈਨੂੰ ਮੌਕਾ ਦਿੱਤਾ ਗਿਆ ਕਿ ਮੈਂ ਖੁਦਾ ਦੇ ਪਵਿੱਤਰ ਵਚਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਾਂ। ਤੇ ਮੈਂ ਬ੍ਰਦਰ ਜੌਨ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਫਿਰ ਤੋਂ ਦੁਬਾਰਾ ਮੈਨੂੰ ਇਹ ਅਪਰਚੁਨਿਟੀ ਦਿੱਤੀ ਕਿ ਮੈਂ ਖੁਦਾ ਦੇ ਵਰਡ ਨੂੰ ਤੁਹਾਡੇ ਨਾਲ ਸ਼ੇਅਰ ਕਰਾਂ। ਔਰ ਉਹਨਾਂ ਨੇ ਮੈਨੂੰ ਜਿਹੜਾ ਟੌਪਿਕ ਅੱਜ ਦਿੱਤਾ ਸੀ ਤੁਹਾਡੇ ਸਭ ਨਾਲ ਸ਼ੇਅਰ ਕਰਨ ਨੂੰ, ਉਹ ਹੈ ਮਾਫੀ ਤੇ ਫੋਰਗਿਵਨੈਸ ਤੇ ਅੱਜ ਆਪਾਂ ਖੁਦਾਵੰਦ ਦੇ ਜਿੰਦਾ ਕਲਾਮ ਦੇ ਵਿੱਚੋਂ ਜਾਣਾਂਗੇ ਕਿ ਇਹਦਾ ਮਤਲਬ ਕੀ ਹੈ ਫੋਰਗਿਵਨੈਸ ਦਾ, ਔਰ ਸਾਨੂੰ ਮਾਫੀ ਦੀ ਕਿਉਂ ਲੋੜ ਪਈ, ਔਰ ਖੁਦਾਵੰਦ ਯਿਸੂ ਨੇ ਕਿਉਂ ਆਖਿਆ ਕਿ ਇਹਨਾਂ ਸਾਰਿਆਂ ਨੂੰ ਮਾਫ ਕਰ ਦਿੱਤਾ। ਤੇ ਇਹਦੇ ਵਾਸਤੇ ਜਿਹੜਾ ਆਪਾਂ ਅੱਜ ਸਕ੍ਰਿਪਚਰ ਰੀਡ ਕਰਨਾ ਆ ਉਹ ਆਪਾਂ ਕਰਾਂਗੇ ਦ ਬੁੱਕ ਆਫ ਜੌਨ ਚੈਪਟਰ 8 ਵਰਸ 1 ਤੋਂ ਲੈ ਕੇ 11 ਤੱਕ। ਮੈਂ ਤੁਹਾਡੇ ਲਈ ਹਿੰਦੀ ਦੀ ਬਾਈਬਲ ਦੇ ਵਿੱਚੋਂ ਪੜ੍ਹੂੰਗੀ ਕਿਉਂਕਿ ਜਿਹੜੀ ਪੰਜਾਬੀ ਦੀ ਬਾਈਬਲ ਮੇਰੇ ਕੋਲ ਹੈ ਉਹ ਮੈਨੂੰ ਉਹਦੀ ਟਰਾਂਸਲੇਸ਼ਨ ਇੰਨੀ ਜ਼ਿਆਦਾ ਕਨਵਿੰਸ ਨਹੀਂ ਕਰਦੀ। ਤਾਂ ਖੁਦਾ ਦੇ ਜਿੰਦਾ ਕਲਾਮ ਸਾਨੂੰ ਇਹ ਦੱਸਦਾ ਹੈ, परंतु यीशु जैतून के पहाड़ पर गया। भोर को वो फिर मंदिर में आया। सब लोग उसके पास आए। वह बैठकर उन्हें उपदेश देने लगा। तब शास्त्री और फरीसी एक स्त्री को लाए जो व्यभिचार में पकड़ी गई थी और उसको बीच में खड़ा करके यीशु से कहा, हे गुरु, ये स्त्री व्यभिचार करते पकड़ी गई है। व्यवस्था में मूसा ने हमें आज्ञा दी है कि ऐसी स्त्री पर पथराव करें। तू इस स्त्री के विषय में क्या कहता है? उन्होंने उसको परखने के लिए ये बात कही ताकि उस पर दोष लगाने के लिए कोई बात पाए। परंतु यीशु झुककर उंगली से भूमि पर लिखने लगा। जब वह उससे पूछते ही रहे तो उसने सीधे होकर उनसे कहा, तुम में से जो निष्पाप हो वहीं पहले उसको पत्थर मारे। और फिर झुककर भूमि पर उंगली से लिखने लगा। परंतु वह ये सुनकर बड़े से छोटे तक एक करके निकल गए और यीशु अकेला रह गया और स्त्री वहीं बीच में खड़ी रह गई। यीशु ने सीधे होकर उनसे कहा, हे नारी, वह कहाँ गए? क्या किसी ने तुझ पर दंड की आज्ञा ना दी? उसने कहा, हे प्रभु, किसी ने नहीं। यीशु ने कहा, मैं भी तुझ पर दंड की आज्ञा नहीं देता। जा और फिर पाप ना करना। खुदा ਦੇ ਪਵਿੱਤਰ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਤੁਹਾਨੂੰ ਸਭ ਨੂੰ ਬਹੁਤ ਬਹੁਤ ਬਰਕਤ ਮਿਲੇ। ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਮਾਫੀ ਦੇ ਉੱਤੇ, ਫੋਰਗਿਵਨੈਸ ਦੇ ਉੱਤੇ। ਤੇ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਫੋਰਗਿਵਨੈਸ ਦਾ ਮਤਲਬ ਕੀ ਹੁੰਦਾ ਹੈ। ਫੋਰਗਿਵਨੈਸ ਦਾ ਮਤਲਬ ਇਹ ਹੁੰਦਾ ਹੈ the act of letting go of a grudge of someone who has harmed you, or the action or a process of forgiving or forgiven। ਇਹ ਇੱਕ ਅਹਿਸਾਸ ਜਿੱਦਾਂ ਆਪਾਂ ਕਹਿ ਸਕਦੇ ਹਾਂ, ਜਿੱਦਾਂ ਆਪਣੀ ਇੱਕ ਫੀਲਿੰਗ ਹੁੰਦੀ ਹੈ ਜਦੋਂ ਆਪਾਂ ਨੂੰ ਕਿਸੇ ਨੇ ਦੁੱਖ ਦਿੱਤਾ ਹੁੰਦਾ ਜਾਂ ਬਹੁਤ ਬੁਰੇ ਤਰੀਕੇ ਨਾਲ ਸਾਨੂੰ ਕਿਸੇ ਨੇ ਹਾਰਮ ਕੀਤਾ ਹੁੰਦਾ। ਉਹ ਫਿਜ਼ੀਕਲੀ ਵੀ ਹੋ ਸਕਦਾ, ਇਮੋਸ਼ਨ ਵੀ ਹੋ ਸਕਦਾ, ਕਿਸੇ ਤਰੀਕੇ ਦਾ ਵੀ ਹੋ ਸਕਦਾ ਹੈ। ਤੇ ਜਦੋਂ ਆਪਾਂ ਉਹਨੂੰ ਦਿਲੋਂ ਮਾਫ ਕਰ ਦਿੰਦੇ ਹੈਗੇ ਆ, ਉਹਨੂੰ ਫੋਰਗਿਵਨੈਸ ਕਿਹਾ ਜਾਂਦਾ, ਉਹਨੂੰ ਮਾਫੀ ਕਹੀ ਜਾਂਦੀ ਹੈ। ਤੇ ਅੱਜ ਆਪਾਂ ਜਿੱਦਾਂ ਹੁਣ ਖੁਦਾਵੰਦ ਦੇ ਜ਼ਿੰਦਾ ਕਲਾਮ ਦੇ ਵਿੱਚ ਜਿੱਦਾਂ ਕਿ ਆਪਾਂ ਪੜ੍ਹਿਆ ਵੀ ਹੈ, ਤੇ ਇਸ ਨੂੰ ਆਪਾਂ ਅੱਜ ਖੁਦਾ ਦੇ ਵਚਨਾਂ ਦੇ ਥਰੂ ਹੀ ਜਾਣਾਂਗੇ ਕਿ ਇਹਦਾ ਅਸਲੀ ਮਤਲਬ ਕੀ ਸੀਗਾ ਔਰ ਸਾਨੂੰ ਕਿਉਂ ਮਾਫੀ ਦੀ ਲੋੜ ਪਈ। ਤੇ ਇਹਨੂੰ ਮੈਂ ਅੱਜ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਤੇ ਜਿਹੜਾ ਪਹਿਲਾ ਹੈ ਕਿ ਵਾਈ ਵੀ ਨੀਡ ਫੋਰਗਿਵਨੈਸ। ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਹੈ ਜਿਹੜਾ ਕਿ ਸਾਨੂੰ ਮਾਫੀ ਦੀ ਲੋੜ ਪਈ ਕਿਉਂ, ਸਾਨੂੰ ਕੀ ਲੋੜ ਸੀ ਮਾਫੀ ਦੀ, ਕਿਉਂ ਖੁਦਾਵੰਦ ਤੋਂ ਸਾਨੂੰ ਮਾਫੀ ਦੀ ਲੋੜ ਪਈ। ਔਰ ਦੂਸਰਾ ਇਹਦਾ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਕਿਉਂ ਕਿਹਾ, ਹੇ ਪਿਤਾ, ਇਹਨਾਂ ਸਾਰਿਆਂ ਨੂੰ ਮਾਫ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹੈ। ਔਰ ਤੀਜਾ ਜਿਹੜਾ ਇਹਦਾ ਪੁਆਇੰਟ ਹੈਗਾ ਹੈ ਕਿ ਸਾਨੂੰ ਲੋਕਾਂ ਨੂੰ ਕਿਉਂ ਮਾਫ ਕਰ ਦੇਣਾ ਚਾਹੀਦਾ ਹੈ। ਸੋ ਇਹ ਤਾਂ ਹੋ ਗਏ 3 ਪੁਆਇੰਟ ਜਿਹੜਾ 1 ਬਾਏ 1 ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰੂੰਗੀ। ਤੇ ਆਪਾਂ ਇਹਨੂੰ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਹੀ ਅੱਜ ਇਹਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਜਿਹੜਾ ਮੈਂ ਪਹਿਲਾ ਪੁਆਇੰਟ ਤੁਹਾਨੂੰ ਦੱਸਿਆ ਹੈ ਕਿ ਵਾਈ ਵੀ ਨੀਡ ਫੋਰਗਿਵਨੈਸ, ਸਾਨੂੰ ਮਾਫੀ ਦੀ ਕਿਉਂ ਲੋੜ ਹੈ। ਆਪਾਂ ਜਿੱਦਾਂ ਸਾਰੇ ਜਾਣਦੇ ਹਾਂ, ਜਦੋਂ ਖੁਦਾਵੰਦ ਨੇ ਇਹ ਪੂਰੀ ਦੁਨੀਆ ਨੂੰ ਬਣਾਇਆ ਸੀਗਾ, ਜਦੋਂ ਆਦਮ ਅਤੇ ਹਵਾ ਨੂੰ ਜਦੋਂ ਬਣਾਇਆ, ਉਹਨਾਂ ਨੂੰ ਬਾਗ ਦੇ ਵਿੱਚ ਅਦਨ ਦੀ ਵਾਟਿਕਾ ਦੇ ਵਿੱਚ ਉਹਨਾਂ ਨੂੰ ਰੱਖ ਦਿੱਤਾ ਔਰ ਉਹਨਾਂ ਕੋਲ ਹਰ ਇੱਕ ਖੁਦਾ ਦੀ ਬਲੈਸਿੰਗ ਸੀਗੀ, ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਸੀਗੀ।
ਜਿਹੜਾ ਵੀ ਮਤਲਬ ਬਾਗ ਦੇ ਵਿੱਚ ਜਿੰਨੇ ਫਰੂਟਸ ਸੀ ਸਭ ਕੁਝ ਉਹ ਖਾਂਦੇ ਸੀਗੇ, ਔਰ ਉਹ ਖੁਦਾ ਦੀਆਂ ਜਿੰਨੀਆਂ ਹੀ ਬਲੈਸਿੰਗ ਸੀਗੀਆਂ ਖੁਦਾਵੰਦ ਦੀ, ਉਹ ਸਾਰੀਆਂ ਬੜੇ ਅੱਛੇ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਸੀਗੇ। ਤੇ ਪਰ ਅੱਗੇ ਆਪਾਂ ਜਾ ਕੇ ਦੇਖਦੇ ਹਾਂ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਿੱਦਾਂ ਉਹ ਪਾਪ ਦੇ ਵਿੱਚ ਗਿਰ ਗਏ, ਅਤੇ ਕਿਸ ਕਿਸ ਤਰੀਕੇ ਦੇ ਨਾਲ ਖੁਦਾਵੰ ਨੇ ਉਹਨਾਂ ਨੂੰ ਬਾਗ ਦੇ ਵਿੱਚੋਂ ਕੱਢ ਦਿੱਤਾ। ਤੇ ਉਹ ਬਾਗ ਦੇ ਵਿੱਚੋਂ ਕੱਢਣ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਖੁਦਾਵੰ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਪਾਪ ਸੀਗਾ ਉਹਨੂੰ ਕਿੱਦਾਂ ਮਾਫ ਕੀਤਾ, ਉਹਨੂੰ ਕਿੱਦਾਂ ਇੱਕ ਜਿੱਦਾਂ ਕਹਿੰਦੇ ਆਪਾਂ ਕਹਿ ਸਕਦੇ ਕਿ ਟੈਂਪਰੇਰੀ ਤਰੀਕੇ ਦੇ ਨਾਲ ਉਹਨੂੰ ਖੁਦਾਵੰ ਨੇ ਉਹ ਢੱਕ ਦਿੱਤਾ। ਮਤਲਬ ਢਕਿਆ ਉਹਨੂੰ ਇਸ ਤਰ੍ਹਾਂ ਕਿ ਉਹਨਾਂ ਨੇ ਕਿਸੇ ਜਾਨਵਰ ਨੂੰ ਮਤਲਬ ਕਿ ਉਹਦੀ ਕੁਰਬਾਨੀ ਦਿੱਤੀ, ਤੇ ਜਿਹੜੀ ਉਹਦੀ ਖੱਲ ਸੀਗੀ, ਜਿਹੜੀ ਉਹਦੀ ਸਕਿਨ ਸੀਗੀ, ਉਹਦੇ ਜਿਹੜੇ ਕੱਪੜੇ ਸੀਗੇ ਉਹ ਬਣਾ ਕੇ ਖੁਦਾਵੰ ਨੇ ਉਹਨਾਂ ਨੂੰ ਪਾ ਦਿੱਤੇ ਤੇ ਬਾਗ ਦੇ ਵਿੱਚੋਂ ਕੱਢ ਦਿੱਤਾ। ਤੇ ਔਰ ਆਪਾਂ ਸਾਰੇ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ ਉਹਨਾਂ ਨੂੰ ਕੀ ਕੀ ਖੁਦਾਵੰ ਨੇ ਸਜ਼ਾਵਾਂ ਦਿੱਤੀਆਂ, ਔਰਤ ਨੂੰ ਕਿਹੜੀ ਦਿੱਤੀ, ਆਦਮੀ ਨੂੰ ਦਿੱਤੀ ਔਰ ਸੱਪ ਨੂੰ ਦਿੱਤੀ। ਉਹ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗੀ ਕਿਉਂਕਿ ਆਪਾਂ ਸਾਰਿਆਂ ਨੂੰ ਉਹਦੇ ਬਾਰੇ ਆਈਡੀਆ ਹੈ ਵੀ ਕਿਹੜੀ ਕਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਸੀ। ਤੇ ਫਿਰ ਆਪਾਂ ਅੱਗੇ ਜਾ ਕੇ ਜਦੋਂ ਖੁਦਾ ਦੇ ਕਲਾਮ 'ਚ ਪੜ੍ਹਦੇ ਹਾਂ ਤੇ ਉਹ ਬਾਗ ਦੇ ਵਿੱਚੋਂ ਬਾਹਰ ਆ ਗਏ, ਖੇਤੀਬਾੜੀ ਕਰਨ ਲੱਗ ਗਏ, ਫਿਰ ਕਿੱਦਾਂ ਗੁਨਾਹ ਵਧਿਆ, ਫਿਰ ਕਿੱਦਾਂ ਇੱਕ ਜਿਹੜਾ ਮਹਾਜਾਜਕ ਹੁੰਦਾ ਸੀਗਾ ਉਹ ਕਿੱਦਾਂ ਜਾਨਵਰਾਂ ਦੀਆਂ ਕੁਰਬਾਨੀਆਂ ਲੈ ਕੇ ਹਰ ਸਾਲ ਮਤਲਬ ਕਿ ਉਹ ਜਿਹੜਾ ਹੈਕਲ ਹੁੰਦੀ ਸੀ ਉਹਦੇ ਵਿੱਚ ਕਿੱਦਾਂ ਲੋਕਾਂ ਦੇ ਪਾਪਾਂ ਦੀ ਮਾਫੀ ਮੰਗਣ ਲਈ ਜਾਂਦਾ ਹੁੰਦਾ ਸੀਗਾ। ਤੇ ਉਹ ਜਿਹੜਾ ਇੱਕ ਪ੍ਰੋਸੈਸ ਸੀ, ਮੇਰਾ ਤੁਹਾਨੂੰ ਦੱਸਣ ਦਾ ਮਤਲਬ ਸੀਗਾ ਕਿ ਉਹ ਇੱਕ ਪ੍ਰੋਸੈਸ ਸੀ, ਉਹ ਟੈਂਪਰੇਰੀ ਸੀਗਾ। ਤੇ ਇਨਸਾਨ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜਾ ਪਹਿਲਾ ਪੁਆਇੰਟ ਹੈਗਾ ਵਾਈ ਵੀ ਨੀਡ ਅ ਫੋਰਗਿਵਨੈਸ, ਸਾਨੂੰ ਕਿਉਂ ਸੀ, ਕਿਉਂਕਿ ਖੁਦਾ ਨੇ ਜਦੋਂ ਇਹ ਦੁਨੀਆ ਨੂੰ ਬਣਾਇਆ ਸੀ, ਖੁਦਾ ਨੇ ਜਦੋਂ ਇਸ ਦੁਨੀਆ ਨੂੰ ਰਚਿਆ ਸੀਗਾ ਤੇ ਉਦੋਂ ਹੀ ਖੁਦਾਵੰ ਨੂੰ ਪਤਾ ਸੀਗਾ ਕਿ ਇਹ ਜਿਹੜੇ ਲੋਕੀ ਹੈ ਪਾਪ 'ਚ ਗਿਰਨਗੇ, ਰਾਈਟ। ਤੇ ਇਸ ਲਈ ਖੁਦਾਵੰ ਨੇ ਉਹਨੂੰ ਪਰਮਾਨੈਂਟਲੀ ਜਿੱਦਾਂ ਸੀਗਾ, ਪਰਮਾਨੈਂਟਲੀ ਨਹੀਂ ਸੌਰੀ, ਜਿੱਦਾਂ ਟੈਂਪਰੇਰੀ ਉਹ ਜਿਹੜੇ ਪਾਪ ਸੀ ਕਵਰ ਕੀਤੇ ਸੀ। ਜਿੱਦਾਂ ਜਦੋਂ ਆਪਾਂ ਨਿਊ ਟੈਸਟਾਮੈਂਟ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਦ ਬੁੱਕ ਆਫ ਰੋਮਨਸ ਦੇ ਵਿੱਚ, ਜਦੋਂ ਆਪਾਂ ਦੇਖਦੇ ਹਾਂ ਚੈਪਟਰ 3:23 ਦੇ ਵਿੱਚ ਵੀ ਲਿਖਿਆ ਹੋਇਆ ਕਿ ਸਭਨਾਂ ਨੇ ਪਾਪ ਕੀਤਾ ਤੇ ਖੁਦਾ ਦੇ ਪ੍ਰਕਾਸ਼ ਸੀਗਾ ਜਿਹੜਾ ਉਹਦੇ ਤੋਂ ਸਾਰੇ ਹੀ ਰਹਿ ਗਏ। ਤੇ ਜਦੋਂ ਖੁਦਾ ਦਾ ਕਲਾਮ ਸਾਨੂੰ ਤਾਂ ਸਭਨਾਂ ਨੇ ਪਾਪ ਕੀਤਾ, ਉਹਦੇ ਵਿੱਚ ਸਿਰਫ ਐਦਮ ਐਂਡ ਈਵ ਹੀ ਨਹੀਂ ਆਪਾਂ ਦੇਖਦੇ, ਜਿਹੜੇ ਉਹਦੇ ਬਾਅਦ ਜਿੰਨੀਆਂ ਜਨਰੇਸ਼ਨਸ ਪੈਦਾ ਹੋਈਆਂ ਤੇ ਉਹ ਸਾਰੀਆਂ ਹੀ ਪਾਪ ਦੇ ਵਿੱਚ ਸੀਗੀਆਂ, ਰਾਈਟ। ਤੇ ਉਹਨਾਂ ਦੀ ਮਾਫੀ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਉਹ ਜਿਹੜੀ ਮਾਫੀ ਸੀਗੀ ਇੱਕ ਮਹਾਜਾਜਕ ਦੇ ਦੁਆਰਾ, ਮਤਲਬ ਕਿ ਜਦੋਂ ਉਹ ਕਿਸੇ ਵੀ ਬੱਕਰੇ ਜਾਂ ਕਿਸੇ ਵੀ ਉਹਦਾ ਮਤਲਬ ਕਿ ਕੁਰਬਾਨੀ ਦਿੱਤੀ ਜਾਂਦੀ ਸੀ, ਉਹਦਾ ਖੂਨ ਸੀ ਹੈਕਲ ਦੇ ਵਿੱਚ ਜਾ ਕੇ ਸਪ੍ਰਿੰਕਲ ਕਰਦਾ ਸੀ, ਅੰਦਰ ਜਾ ਕੇ ਲੈ ਕੇ ਜਾਂਦਾ ਸੀ। ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਟੈਂਪਰੇਰੀ ਜਿਹੜੇ ਪਾਪ ਮਾਫ ਹੋ ਜਾਂਦੇ ਸੀ, ਇਸ ਕਰਕੇ ਸਾਨੂੰ ਮਾਫੀ ਦੀ ਜ਼ਰੂਰਤ ਸੀਗੀ ਬਿਕੋਜ਼ ਐਡਮ ਐਂਡ ਈਵ ਨੇ ਪਾਪ ਕਰ ਦਿੱਤਾ ਸੀ। ਉਹਨਾਂ ਦੇ ਪਾਪ ਦੇ ਕਰਕੇ ਅਸੀਂ ਸਾਰੇ ਹੀ ਪਾਪ ਦੇ ਅੰਡਰ ਆ ਗਏ ਸੀਗੇ। ਤੇ ਉਹ ਤਾਂ ਅੱਗੇ ਜਾ ਕੇ ਆਪਾਂ ਖੁਦਾ ਦੇ ਕਲਾਮ ਦੇ ਵਿੱਚੋਂ ਦੇਖਾਂਗੇ ਹੀ ਕਿ ਮਤਲਬ ਕਿ ਉਹਦਾ ਪਰਮਾਨੈਂਟ ਜਿਹੜਾ ਸੋਲੂਸ਼ਨ ਕੀ ਸੀ ਮਾਫੀ ਦਾ। ਪਰ ਇਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਸ਼ੁਰੂ ਦੇ ਉੱਤੋਂ ਹੀ ਮਤਲਬ ਕਿ ਪਾਪ ਇਸ ਦੁਨੀਆ ਦੇ ਵਿੱਚ ਆ ਗਿਆ ਸੀ, ਜਿਹਦੀ ਫੋਰਗਿਵਨੈਸ ਬਹੁਤ ਜ਼ਿਆਦਾ ਜ਼ਰੂਰੀ ਸੀਗੀ। ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਬੁੱਕ ਆਫ ਰੋਮਨ ਦੇ ਵਿੱਚ ਜਦੋਂ ਆਪਾਂ ਚੈਪਟਰ 3:23 ਦੇਖਦੇ ਆ ਤੇ ਉਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ everyone have sinned and fall short of the glory of God, ਕਿ ਸਭਨਾਂ ਨੇ ਪਾਪ ਕੀਤਾ ਐਂਡ ਖੁਦਾ ਦੇ ਪ੍ਰਕਾਸ਼ ਤੋਂ ਦੂਰ ਰਹੇ। ਤੇ ਇਹ ਤਾਂ ਮੇਰਾ ਪਹਿਲਾ ਪੁਆਇੰਟ ਹੋ ਗਿਆ ਕਿ ਅਸੀਂ ਸਾਰੇ ਪਾਪੀ ਸੀ, ਸਾਰੇ ਅਸੀਂ ਪਾਪ ਦੇ ਵਿੱਚ ਸੀ ਤੇ ਉਹ ਟੈਂਪਰੇਰੀ ਤਰੀਕੇ ਦੇ ਨਾਲ ਉਸ ਗੁਨਾਹਾਂ ਦੀ ਮਾਫੀ ਮਹਾਜਾਜਕ ਸਾਡੇ ਲਈ ਮੰਗ ਲੈਂਦਾ ਸੀਗਾ। ਜਿਹੜਾ ਮੇਰਾ ਦੂਜਾ ਪੁਆਇੰਟ ਹੈ ਤੁਹਾਨੂੰ ਦੱਸਣ ਦਾ ਕਿ ਖੁਦਾਵੰਦ ਯਿਸੂ ਮਸੀਹ ਦਾ ਕਿ ਉਹਨਾਂ ਨੇ ਜਦੋਂ ਕਿਹਾ ਖੁਦਾ ਬਾਪ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਿਹਾ। ਇਹ ਜਿਹੜਾ ਵਚਨ ਹੈ ਇਹ ਉਦੋਂ ਖੁਦਾਵੰਦ ਯਿਸੂ ਮਸੀਹ ਨੇ ਬੋਲਿਆ ਜਦੋਂ ਉਹ ਕਰੂਸ ਦੇ ਉੱਤੇ ਚੜਾਏ ਗਏ। ਔਰ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਤੁਹਾਨੂੰ ਪਤਾ ਹੀ ਹੈ ਜਦੋਂ ਈਸਟਰ ਦੇ ਦੌਰਾਨ 7 ਕਲਮੇ ਬੋਲੇ ਜਾਂਦੇ ਹੈ, 7 ਸੇਇੰਗ ਬੋਲੀਆਂ ਜਾਂਦੀਆਂ, ਉਹ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਪਵਿੱਤਰ ਮੂੰਹ ਦੇ ਵਿੱਚੋਂ ਜਿਹੜਾ ਪਵਿੱਤਰ ਵਚਨ ਜਿਹੜਾ ਨਿਕਲਿਆ ਸੀ ਉਹੀ ਨਿਕਲਿਆ ਸੀ ਖੁਦਾ ਬਾਪ ਇਹਨਾਂ ਨੂੰ ਮਾਫ ਕਰ, ਕਿ ਇਹਨਾਂ ਨੂੰ ਪਤਾ ਨਹੀਂ ਕਿ ਕੀ ਕਰਦੇ ਪਏ। ਤੇ ਉਹ ਜਿਹੜਾ ਹੈਗਾ ਤੁਸੀਂ ਉਹਦਾ ਜਿਹੜਾ ਰੈਫਰੈਂਸ ਹੈਗਾ ਹੈ ਉਹ ਲਿਊਕ ਚੈਪਟਰ 23-24 ਵਰਸ ਦੇ ਵਿੱਚ ਹੈਗਾ ਹੈ। ਤੇ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਖੁਦਾਵੰਦ ਯਿਸੂ ਮਸੀਹ ਨੇ ਇਹ ਜਿਹੜੀ ਮਤਲਬ ਕਿ ਪਹਿਲਾ ਕਲਮਾ ਉੱਥੇ ਬੋਲਿਆ ਸੀ। ਕਿਉਂ ਬੋਲਿਆ ਸੀ? ਕਿਉਂਕਿ
ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਖੁਦਾਵੰਦ ਯਿਸੂ ਮਸੀਹ ਨੇ ਇਹ ਕੁਰਬਾਨੀ ਦੇਣੀ ਹੈ ਸਾਡਾ ਇੱਕ ਪਰਮਾਨੈਂਟ ਸੋਲੂਸ਼ਨ ਦੇਣ ਵਾਸਤੇ, ਸਾਡਾ ਇੱਕ ਪਰਮਾਨੈਂਟ ਸਾਡੀ ਫੋਰਗਿਵਨੈਸ ਦੇ ਵਾਸਤੇ। ਤੇ ਇਹ ਉਹਨਾਂ ਨੇ ਸੂਲੀ ਦੇ ਉੱਤੇ ਚੜ੍ਹਨਾ ਹੀ ਹੈ। ਇਸ ਕਰਕੇ ਉਹਨਾਂ ਜਿਹੜੇ ਉੱਥੇ ਫੱਕੀ ਫਰੀਸੇ ਸੀ ਜਿਨ੍ਹਾਂ ਨੇ ਖੁਦਾਵੰਦ ਯਿਸੂ ਮਸੀਹ ਨੇ ਕੋੜਿਆਂ ਨਾਲ ਮਾਰਿਆ, ਜਿਨ੍ਹਾਂ ਨੇ ਉਹਨੇ ਮਤਲਬ ਕਿ ਉਹਨਾਂ ਨੇ ਠੱਠਾ ਕੀਤਾ, ਜਿਹੜੇ ਉੱਥੇ ਮਤਲਬ ਜਿੰਨੇ ਲੋਕ ਸੀ ਖੁਦਾਵੰਦ ਦੇ ਉੱਤੇ ਜਿਹੜੇ ਪੱਥਰ ਸੁੱਟ ਰਹੇ ਸੀ, ਕਿੰਨੀ ਤੁਹਾਨੂੰ ਪਤਾ ਹੀ ਹੈ ਕਿੰਨੀ ਦਰਦਨਾਕ ਜਿਹੜੀ ਮੌਤ ਸੀ ਖੁਦਾਵੰਦ ਯਿਸੂ ਮਸੀਹ ਨੇ ਸਹੀ ਸੀਗੀ। ਤੇ ਇਸ ਲਈ ਖੁਦਾਵੰਦ ਯਿਸੂ ਮਸੀਹ ਉੱਥੇ ਇਹ ਕਹਿ ਰਹੇ ਸੀ ਕਿ ਫਾਦਰ, ਕਿਉਂਕਿ ਜਿਹੜਾ ਤਾਂ ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਚੁੱਕੀ ਹਾਂ ਕਿ ਜਿਹੜਾ ਇੱਕ ਮਹਾਨ ਯਾਜਕ ਜਿਹੜਾ ਸੀਗਾ ਉਹ ਸਾਡੇ ਲਈ ਟੈਂਪਰੇਰੀ ਤਰੀਕੇ ਦੇ ਨਾਲ ਸਾਡੇ ਪਾਪਾਂ ਦੀ ਫੋਰਗਿਵਨੈਸ ਮੰਗਦਾ ਹੁੰਦਾ ਸੀਗਾ। ਪਰ ਜਦੋਂ ਖੁਦਾਵੰਦ ਯਿਸੂ ਮਸੀਹ ਆ ਗਏ, ਉਹਨਾਂ ਨੇ ਜਦੋਂ ਆਪਣੇ ਖੂਨ ਦੀ ਕੁਰਬਾਨੀ ਦੇ ਦਿੱਤੀ ਤੇ ਉਹ ਸਾਡੇ ਲਈ ਇੱਕ ਜਿਹੜਾ ਹਾਈ ਪ੍ਰੀਸਟ ਬਣ ਗਏ ਸੀਗੇ। ਕਿਉਂਕਿ ਜਦੋਂ ਆਪਾਂ ਬੁੱਕ ਆਫ ਇਬਰਾਨੀਆਂ ਦੇ ਵਿੱਚ ਜਦੋਂ ਆਪਾਂ ਉਹਨੂੰ ਸਟੱਡੀ ਕਰਦੇ ਤਾਂ ਬੁੱਕ ਆਫ ਹਿਬਰੂ ਨੂੰ ਸਟੱਡੀ ਕਰਦੇ, ਉਹਦਾ ਜਿਹੜਾ ਚੈਪਟਰ 9 ਹੈ ਵਰਸ 11 ਤੋਂ ਜਦੋਂ ਆਪਾਂ ਪੜ੍ਹਦੇ ਹਾਂ 22 ਜਿਹੜਾ ਚੈਪਟਰ 9 ਹੈ ਵਰਸ 11 ਤੋਂ ਲੈ ਕੇ 22 ਤੱਕ ਜਦੋਂ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਗਿਆ ਹੈ ਕਿ ਖੁਦਾਵੰਦ ਯਿਸੂ ਮਸੀਹ ਇੱਕੋ ਵਾਰੀ ਆਪਣਾ ਖੂਨ ਲੈ ਕੇ ਉਸ ਹੈਕਲ ਦੇ ਵਿੱਚ ਐਂਟਰ ਹੋ ਗਏ ਪਰਮਾਨੈਂਟਲੀ, ਤਾਂ ਕਿ ਜਿਹੜੇ ਸਾਡੇ ਫਿਊਚਰ ਦੇ ਸੀਨ ਸੀਗੇ, ਜਿਹੜੇ ਸਾਡੇ ਪਾਸਟ ਦੇ ਸੀਗੇ ਤੇ ਜਿਹੜੇ ਪ੍ਰੈਜ਼ੈਂਟ ਸੀਨ ਸੀ, ਉਹਨਾਂ ਦੀ ਉਹਦੇ ਨਾਲ ਸਾਨੂੰ ਮਾਫੀ ਮਿਲ ਸਕੇ। ਇਸ ਕਰਕੇ ਉਹ ਆਪਣਾ, ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਕਿ ਪਹਿਲੇ ਜਦੋਂ ਟਾਈਮ ਹੁੰਦਾ ਸੀ ਜਿਹੜਾ ਬੱਕਰਾ ਕੁਰਬਾਨੀ ਲਈ ਪੇਸ਼ ਕੀਤਾ ਜਾਂਦਾ ਸੀ ਜਾਂ ਦਿੱਤਾ ਜਾਂਦਾ ਸੀ, ਉਹ ਬਿਲਕੁਲ ਬੇਦਾਗ ਹੁੰਦਾ ਸੀਗਾ, ਉਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਡਿਫੈਕਟ ਨਹੀਂ ਸੀ ਹੁੰਦਾ, ਰਾਈਟ। ਔਰ ਉਹਦੀ ਕੁਰਬਾਨੀ ਦਿੱਤੀ ਜਾਂਦੀ ਸੀ। ਔਰ ਇਹ ਜਿਹੜੇ ਸਾਡੇ ਗੁਨਾਹਾਂ ਦੀ ਮਾਫੀ ਦੇਣ ਵਾਸਤੇ ਵੀ ਇੱਕ ਪਰਮਾਨੈਂਟ ਜਿਹੜੇ ਗੁਨਾਹਾਂ ਦੀ ਮਾਫੀ ਸੀ, ਉਹਦੇ ਲਈ ਵੀ ਇੱਕ ਬੇਦਾਗ ਮਤਲਬ ਡਿਫੈਕਟ ਤੋਂ ਬਿਨਾਂ ਜਿਹੜਾ ਬੱਕਰਾ ਉਹਨੂੰ ਹੀ ਕੁਰਬਾਨ ਹੋਣਾ ਸੀ। ਔਰ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਕੁਆਰੀ ਮਰੀਅਮ ਤੋਂ ਪੈਦਾ ਹੋਏ। ਉਹ ਇਸ ਲਈ ਕੁਆਰੀ ਮਰੀਅਮ ਤੋਂ ਪੈਦਾ ਹੋਏ ਸੀਗੇ ਕਿਉਂਕਿ ਜਿਹੜੀ ਆਦਮ ਤੋਂ ਔਲਾਦ ਪੈਦਾ ਹੋਈ ਸੀ ਉਹ ਸਾਰੀ ਦੇ ਵਿੱਚ ਹੀ ਪਾਪ ਸੀਗਾ, ਰਾਈਟ। ਤੇ ਇਸੇ ਕਰਕੇ, ਕਿਉਂਕਿ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਵੀ ਬੱਚਾ ਪੈਦਾ ਹੁੰਦਾ ਹੈ ਔਰ ਉਹਦੇ ਮਦਰ ਐਂਡ ਫਾਦਰ ਦਾ ਮਤਲਬ ਕਿ ਦੋਨਾਂ ਦੇ ਕੰਬੀਨੇਸ਼ਨ ਦੇ ਨਾਲ ਹੀ, ਉਹਨਾਂ ਦੇ ਬਲੱਡ ਦੇ ਨਾਲ ਹੀ ਇੱਕ ਬੱਚਾ ਪੈਦਾ ਹੁੰਦਾ। ਪਰ ਖੁਦਾਵੰਦ ਯਿਸੂ ਮਸੀਹ ਪਾਕ ਰੂਹ ਦੇ ਨਾਲ ਪੈਦਾ ਹੋਏ, ਉਹ ਬੇਦਾਗ ਪੈਦਾ ਹੋਏ। ਕਿਉਂਕਿ ਅਗਰ ਉਹ ਕਿਸੇ ਆਦਮੀ ਜਾਂ ਔਰਤ ਦੇ ਰਿਲੇਸ਼ਨ ਦੇ ਨਾਲ ਪੈਦਾ ਹੁੰਦੇ ਤੇ ਉਹਨਾਂ ਦੇ ਵਿੱਚ ਪਾਪ ਆ ਜਾਣਾ ਸੀਗਾ। ਖੁਦਾਵੰਦ ਯਿਸੂ ਮਸੀਹ ਇੱਕ ਪਵਿੱਤਰ ਆਤਮਾ ਦੇ ਨਾਲ ਪੈਦਾ ਹੋਏ, ਬੇਦਾਗ ਪੈਦਾ ਹੋਏ, ਉਹਨਾਂ ਦੇ ਵਿੱਚ ਕੋਈ ਪਾਪ ਨਹੀਂ ਸੀਗੇ। ਫਿਰ ਜਦੋਂ ਇਸ ਧਰਤੀ ਦੇ ਉੱਤੇ ਆਏ, ਉਹਨਾਂ ਦੀ ਜਦੋਂ ਕੁਰਬਾਨੀ ਹੋਈ ਅਤੇ ਜਿਹੜਾ ਉਹਨਾਂ ਦਾ ਖੂਨ ਸੀਗਾ ਉਹ ਪਵਿੱਤਰ ਸੀ। ਉਹ ਜਦੋਂ ਆਪਣਾ ਖੂਨ ਲੈ ਕੇ ਤੇ ਉਹ ਕਰੂਸ ਦੇ ਉੱਤੇ ਚੜ੍ਹ ਗਏ ਤੇ ਉਹ ਜਿਹੜੀ ਜਾਜਕ ਜਿਹੜਾ ਹੁੰਦਾ ਸੀ, ਉਹ ਜਿਹੜੀ ਹੈਕਲ ਸੀਗੀ ਉਹ ਇੱਕ ਟੈਂਪਰੇਰੀ ਸੀ। ਔਰ ਜਿਹੜੀ ਖੁਦਾਵੰਦ ਯਿਸੂ ਮਸੀਹ ਜਿਹੜੀ ਹੈਕਲ ਦੇ ਵਿੱਚ ਐਂਟਰ ਹੋਏ ਸਵਰਗ ਦੇ ਵਿੱਚ, ਜਦੋਂ ਮਤਲਬ ਕਿ ਉਹ ਆਪਣਾ ਖੂਨ ਦੀ ਉਹਨਾਂ ਨੇ ਕੁਰਬਾਨੀ ਦਿੱਤੀ ਤੇ ਉਹ ਇੱਕ ਪਰਮਾਨੈਂਟ ਸਾਡੇ ਜਿਹੜੇ ਪਾਪਾਂ ਦੀ ਫੋਰਗਿਵਨੈਸ ਸੀ। ਔਰ ਉਹ ਪਰਮਾਨੈਂਟ ਜਿਹੜਾ ਸੀਗਾ ਸਾਡੇ ਮਤਲਬ ਕਿ ਇੱਕ ਸੋਲੂਸ਼ਨ ਸੀਗਾ ਸਾਡੇ ਪਾਪਾਂ ਦੀ ਮਾਫੀ ਲਈ। ਕਿਉਂਕਿ ਹੁਣ ਜਦੋਂ ਖੁਦਾਵੰਦ ਯਿਸੂ ਮਸੀਹ ਨੇ ਕੁਰਬਾਨੀ ਦੇ ਦਿੱਤੀ ਤੇ ਫਿਰ ਸਾਨੂੰ ਕਿਸੇ ਵੀ ਮਹਾਜਾਜਕ ਕੋਲੇ ਜਾਣ ਦੀ ਲੋੜ ਨਹੀਂ ਹੈ ਔਰ ਕੋਈ ਵੀ ਕਿਸੇ ਕੁਰਬਾਨੀ ਦੇਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇੱਕੇ ਵਾਰੀ ਐਂਟਰ ਹੋ ਗਏ ਤੇ ਉਹਨਾਂ ਨੇ ਸਾਨੂੰ ਇੱਕ ਸੋਲੂਸ਼ਨ ਦੇ ਦਿੱਤਾ ਔਰ ਸਾਡੀ ਪਰਮਾਨੈਂਟ ਗੁਨਾਹਾਂ ਦੀ ਮਾਫੀ ਹੋ ਗਈ। ਇਹ ਤਾਂ ਆਪਣਾ ਸੀਗਾ ਸੈਕਿੰਡ। ਜਿੱਦਾਂ ਮੈਂ ਤੁਹਾਨੂੰ ਰਿਮਾਈਂਡ ਕਰਾਂਗੀ, ਆਪਾਂ ਪਹਿਲਾ ਪੁਆਇੰਟ ਜਿਹੜਾ ਆਪਾਂ ਡਿਸਕਸ ਕੀਤਾ ਹੈ ਵਾਈ ਵੀ ਨੀਡ ਫੋਰਗਿਵਨੈਸ। ਸਾਨੂੰ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਨੂੰ ਇਹ ਲੋੜ ਸੀਗੀ ਕਿਉਂਕਿ ਅਸੀਂ ਗੁਨਾਹ ਦੇ ਵਿੱਚ ਪੈਦਾ ਹੋਏ ਸੀ। ਐਡਮ ਐਂਡ ਈਵ ਨੇ ਗੁਨਾਹ ਕੀਤਾ ਸੀਗਾ। ਉਹ ਟੈਂਪਰੇਰੀ ਫੋਰਗਿਵਨੈਸ ਜਾਜਕ ਦੇ ਥਰੂ ਮਤਲਬ ਕਿ ਸਾਨੂੰ ਮਿਲਦੀ ਰਹੀ, ਪਰ ਉਹਦੇ ਪਰਮਾਨੈਂਟ ਸੋਲੂਸ਼ਨ ਦੇ ਵਾਸਤੇ ਖੁਦਾਵੰਦ ਯਿਸੂ ਮਸੀਹ ਇਸ ਧਰਤੀ ਦੇ ਉੱਤੇ ਆਏ ਤੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਤੇ ਸਾਨੂੰ ਜਿਹੜੀ ਸੀਗੀ ਉਹ ਪਰਮਾਨੈਂਟ ਜਿਹੜੀ ਸੀਗੀ ਇੱਕ ਜਿਹੜੀ ਸਾਨੂੰ ਮਾਫੀ ਮਿਲ ਗਈ। ਤੇ ਹੁਣ ਜਿਹੜਾ ਥਰਡ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਹੈ ਉਹ ਬਹੁਤ ਹੀ ਜ਼ਰੂਰੀ ਤੇ ਬਹੁਤ ਹੀ ਮਹੱਤਵਪੂਰਨ ਪੁਆਇੰਟ ਹੈਗਾ। ਉਹ ਹੈਗਾ, ਚਲੋ ਠੀਕ ਹੈ ਆਪਾਂ ਅਗਲੇ 2 ਪੁਆਇੰਟ ਤਾਂ ਦੇਖ ਲਏ ਕਿ ਸਾਨੂੰ ਮਤਲਬ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਕੁਰਬਾਨੀ ਦੇ ਕੇ ਸਾਡੇ ਪਾਪ ਤਾਂ ਮਾਫ ਕਰ ਦਿੱਤੇ, ਰਾਈਟ। ਅੱਗੋਂ ਅਸੀਂ ਦੇਖਣਾ ਕਿ ਅਸੀਂ ਹੁਣ ਬਾਕੀ ਲੋਕਾਂ ਦੇ ਪਾਪ ਕਿੱਦਾਂ ਮਾਫ ਕਰਨੇ ਔਰ ਅਸੀਂ ਆਪਣੀ ਜਿਹੜੀ ਪਵਿੱਤਰਤਾ ਨੂੰ ਅਸੀਂ ਕਿੱਦਾਂ ਮੇਨਟੇਨ ਰੱਖਣਾ ਹੈ ਕਿ ਅਸੀਂ ਦੁਬਾਰਾ ਪਾਪ ਨਾ ਕਰੀਏ ਤੇ ਅਸੀਂ ਕਿਸੇ ਵੀ ਪਾਪ ਦੇ ਵਿੱਚ ਨਾ ਫਸੀਏ।
ਤੇ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਕਿ ਜਿੱਦਾਂ ਆਪਾਂ ਜਿਹੜਾ ਪਹਿਲਾ ਸਕ੍ਰਿਪਚਰ ਮੈਂ ਪੜ੍ਹਿਆ ਸੀ ਤੁਹਾਡੇ ਨਾਲ, ਦ ਬੁੱਕ ਆਫ ਜੌਨ ਦੇ ਵਿੱਚੋਂ ਚੈਪਟਰ 8 ਔਰ ਉਹਦਾ ਵਰਸ 1 ਤੋਂ 11 ਤੱਕ ਆਪਾਂ ਪੜ੍ਹਿਆ ਸੀਗਾ। ਇਹ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂੰਗੀ ਕਿ ਜਦੋਂ ਆਪਾਂ ਬੁੱਕ ਪੜ੍ਹਦੇ ਹੈਗੇ ਆ, ਦ ਬੁੱਕ ਆਫ ਮੈਥਿਊ ਜਿਹੜੀ ਫਸਟ ਬੁੱਕ ਹੈ ਨਿਊ ਟੈਸਟਾਮੈਂਟ ਦੇ ਵਿੱਚ, ਉਹਦੇ ਵਿੱਚ ਜਦੋਂ ਪਤਰਸ ਖੁਦਾਵੰਦ ਯਿਸੂ ਮਸੀਹ ਕੋਲ ਆਂਦਾ ਹੈ ਤੇ ਉਹ ਉਹਨੂੰ ਪੁੱਛਦਾ ਹੈ, ਮੈਂ ਉਹਨੂੰ ਪੜ੍ਹਨਾ ਹੀ ਚਾਹੂੰਗੀ ਤੁਹਾਡੇ ਸਾਹਮਣੇ, ਤੇ ਉਹ ਹੈਗਾ ਚੈप्टर 18 वर्स 21। तब पतरस ने पास आकर उससे कहा, हे प्रभु, यदि मेरा भाई अपराध करता रहे तो मैं कितनी बार उसे क्षमा करूं? क्या 7 बार? यीशु ने उनसे कहा, मैं तुझसे ये नहीं कहता कि 7 बार, वरन 7 बार के 70 गुना तक। खुदावंद ਦੇ ਕਲਾਮ ਪੜ੍ਹੇ ਔਰ ਸੁਣਨ ਜਾਣ ਦੇ ਵਿੱਚ ਬਰਕਤ ਹੋਏ। ਤੇ ਇੱਥੇ ਆਪਾਂ ਦੇਖਦੇ ਹਾਂ ਕਿ ਪਤਰਸ ਜਦੋਂ ਖੁਦਾਵੰਦ ਯਿਸੂ ਮਸੀਹ ਨੂੰ ਪੁੱਛਦਾ ਹੈ ਕਿ ਮੈਂ 7 ਵਾਰੀ ਮਾਫ ਕਰਾਂ, ਖੁਦਾਵੰਦ ਕਹਿੰਦਾ 7 ਨਹੀਂ ਬਲਕਿ 7 ਕੀ 70 ਗੁਣਾ ਤੱਕ। ਔਰ ਫਿਰ ਅੱਗੇ ਜਾ ਕੇ ਆਪਾਂ ਜਦੋਂ ਦੇਖਦੇ ਹਾਂ ਫਿਰ ਉੱਥੇ ਖੁਦਾਵੰਦ ਯਿਸੂ ਮਸੀਹ ਉਹਨੂੰ ਅੱਗੇ ਐਕਸਪਲੇਨ ਜਦੋਂ ਕਰਦੇ ਹੈ कि ਜਿਹੜਾ स्वर्ग ਦਾ राज्य है वो मतलब कि इसलिए स्वर्ग के राज्य उस राजा के समान है जिसने अपने दासों का लेखा लेना चाहा। ਤੇ ਉਹ ਜਿਹੜਾ ਅੱਗੇ ਜਾ ਕੇ ਇੱਕ ਜਿਹੜਾ ਦ੍ਰਿਸ਼ ਸੀਗਾ ਉਹਦੇ ਨਾਲ ਉਹ ਖੁਦਾਵੰਦ ਯਿਸੂ ਮਸੀਹ ਪਤਰਸ ਨੂੰ ਸਮਝਾਉਂਦੇ ਆ, ਕਿਉਂਕਿ ਇੱਕ ਜਿੱਦਾਂ ਜਿਹੜਾ ਸਵਰਗ ਦਾ ਰਾਜ ਆ ਉਹਦੀ ਤਰ੍ਹਾਂ ਹੈ ਕਿ ਇੱਕ ਰਾਜਾ ਸੀ, ਜਿੱਦਾਂ ਮਤਲਬ ਕਿ ਉਹਦੇ ਦਾਸ ਸੀਗੇ, ਉਹਦੇ ਤੋਂ ਕਰਜ਼ਾ ਲਿੱਤਾ ਹੋਇਆ ਸੀ, ਆਲਮੋਸਟ ਲਾਈਕ ਦੇਖਦੇ ਆ ਕਿ 10,000 ਤੱਕ ਸੀ ਉਦੋਂ ਤੋੜੇ, ਜਿੱਦਾਂ ਕਹਿੰਦੇ ਉਹਦਾ ਕਰਜ਼ਦਾਰ ਸੀਗਾ, ਰਾਈਟ। ਤੇ ਉਹ ਮਤਲਬ ਕਿ ਉਹਨੇ ਜਦੋਂ ਉਹਦੇ ਕੋਲ ਕਰਜ਼ਾ ਵਾਪਸ ਕਰਨ ਲਈ ਬਿਲਕੁਲ ਕੁਝ ਵੀ ਨਹੀਂ ਸੀਗਾ, ਤੇ ਫਿਰ ਜਦੋਂ ਉਹਦਾ ਸਵਾਮੀ ਜਿਹੜਾ ਉਹਦਾ ਬੌਸ ਸੀਗਾ ਉਹ ਜਦੋਂ ਉਹਨੂੰ ਆ ਕੇ ਮਤਲਬ ਉਹਨੂੰ ਕਹਿੰਦਾ ਕਿ ਇਹਨੇ ਮੇਰਾ ਕਰਜ਼ਾ ਵਾਪਸ ਨਹੀਂ ਕੀਤਾ ਤੇ ਇਹਦੇ ਬੱਚਿਆਂ ਨੂੰ, ਇਹਦੀ ਬੀਵੀ ਨੂੰ, ਇਹਦੇ ਪਸ਼ੂ, ਜੋ ਕੁਝ ਵੀ ਇਹਦੇ ਕੋਲ ਹੈਗਾ ਇਹਨੂੰ ਸੇਲ ਕਰ ਦਿੱਤਾ ਜਾਵੇ ਤੇ ਔਰ ਜਿੰਨਾ ਕਰਜ਼ਾ ਹੈਗਾ ਇਹ ਮੇਰਾ ਵਾਪਸ ਕਰ ਦੇਵੇ। ਤੇ ਉਹ ਜਦੋਂ ਉਹਨੂੰ ਪਤਾ ਲੱਗਦਾ ਦਾਸ ਨੂੰ, ਤੇ ਉਹ ਕਿੱਦਾਂ ਉਹਦੇ ਤੋਂ ਆਪਣੇ ਸਵਾਮੀ ਦੇ ਕੋਲੋਂ ਉਹ ਮਾਫੀ ਮੰਗਦਾ ਆ ਤੇ ਕਹਿੰਦਾ ਕਿ ਮੈਨੂੰ ਮਾਫ ਕਰ ਦੇ ਕਿ ਮੇਰੇ ਕੋਲ ਨਹੀਂ ਪੈਸੇ ਹੈਗੇ। ਤੇ ਉਹ ਜਿਹੜਾ ਸੀਗਾ ਸਵਾਮੀ ਜਿਹੜਾ ਉਹਦਾ ਬੌਸ ਸੀਗਾ ਉਹਨੂੰ ਮਤਲਬ ਮਾਫ ਵੀ ਕਰ ਦਿੰਦਾ, ਰਾਈਟ। ਤੇ ਫਿਰ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕਿ ਉਹੀ ਜਿਹੜਾ ਦਾਸ ਆ ਉਹੀ ਅੱਗੇ ਜਾ ਕੇ ਉਹਦੇ ਤੋਂ ਕਿਸੇ ਨੇ ਪੈਸੇ ਉਧਾਰ ਲਿੱਤੇ ਹੁੰਦੇ ਆ। ਉਹ ਮਤਲਬ ਕਿ ਇਹਨੇ ਤਾਂ ਮਤਲਬ ਆਪਾਂ ਜਿੱਦਾਂ ਸਟੋਰੀ ਦੇ ਵਿੱਚ ਦੇਖਦੇ ਇਹਦੇ ਤਾਂ 10,000 ਸੀ, ਇਹਦਾ ਇੱਕ ਜਿਹਨੇ ਇਹਦੇ ਤੋਂ ਅੱਗੇ ਕਰਜ਼ਾ ਲਿੱਤਾ ਹੋਇਆ ਸੀ ਉਹ ਸਿਰਫ 100 ਦਿਨਾਰ ਹੀ ਸੀ, ਜਿੱਦਾਂ 100 ਰੁਪਏ ਆਪਾਂ ਇੰਡੀਆ ਵਿੱਚ ਕਹਿ ਸਕਦੇ ਹਾਂ ਜਾਂ 100 ਡਾਲਰ ਕਹਿ ਸਕਦੇ ਨੇ। ਤੇ ਜਦੋਂ ਉਹ ਉਹਦੇ ਸਾਹਮਣੇ ਆਉਂਦਾ ਹੈ ਤੇ ਉਹਦਾ ਕਿੱਦਾਂ ਆਪਾਂ ਜਿੱਦਾਂ ਆਪਾਂ ਅੱਗੇ ਜਾ ਕੇ ਸਟੋਰੀ ਦੇ ਵਿੱਚ ਪੜ੍ਹਦੇ ਆ ਕਿ ਕਿੱਦਾਂ ਉਹਦਾ ਗਲਾ ਘੁੱਟਦਾ ਹੈ ਤੇ ਕਹਿੰਦਾ ਤੂੰ ਮੇਰੇ ਪੈਸੇ ਵਾਪਸ ਕਰ ਦੇ। ਤੇ ਅੱਗੋਂ ਕਹਿੰਦਾ ਕਿ ਮੇਰੇ ਕੋਲੇ ਨਹੀਂ ਹੈ ਪੈਸੇ ਵਾਪਸ, ਤੇ ਕਿੱਦਾਂ ਉਹਨੂੰ ਉਹ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇੱਕ ਆਪਾਂ ਜਦੋਂ ਅੱਗੇ ਜਾ ਕੇ ਦੇਖਦੇ ਹਾਂ ਕਿ ਦੂਸਰਾ ਇਨਸਾਨ ਜਦੋਂ ਉਹਨੂੰ ਦੇਖਦਾ ਉਹ ਜਾ ਕੇ ਤੇ ਉਹ ਆਪਣੇ ਜਿਹੜਾ ਉਹਨਾਂ ਦਾ ਬਹੁਤ ਸਵਾਮੀ ਹੁੰਦਾ ਉਹਨੂੰ ਸਾਰਾ ਕੁਝ ਜਾ ਕੇ ਦੱਸ ਦਿੰਦਾ ਹੈ। ਤੇ ਉਹ ਫਿਰ ਉਹਨੂੰ ਕਿੱਦਾਂ ਵਾਪਸ ਬੁਲਾਉਂਦਾ ਆ ਤੇ ਫਿਰ ਕਿੱਦਾਂ ਕਹਿੰਦਾ ਕਿ ਇਹਨੂੰ ਉਹਦੇ ਵਿੱਚ ਸੁੱਟ ਦਿਓ, ਰਾਈਟ, ਜਿੰਨੀ ਦੇਰ ਤੱਕ ਇਹ ਮੇਰੇ ਸਾਰੇ ਪੈਸੇ ਵਾਪਸ ਨਹੀਂ ਕਰ ਸਕਦਾ। ਤੇ ਆਪਾਂ ਇਸ ਸਟੋਰੀ ਦੇ ਵਿੱਚੋਂ ਇਹ ਦੇਖਦੇ ਹਾਂ ਕਿ ਦੇਖੋ ਜਿੱਦਾਂ ਖੁਦਾ ਵੀ ਸਾਨੂੰ ਮਾਫ ਕਰ ਦਿੰਦਾ ਹੈ, ਰਾਈਟ। ਖੁਦਾ ਜਿੰਨੇ ਅਸੀਂ ਗੁਨਾਹ ਕੀਤੇ ਆ ਖੁਦਾਵੰਦ ਨੇ ਆਪਣਾ ਬੇਟਾ ਭੇਜ ਦਿੱਤਾ, ਇਦੋਂ ਵੱਡੀ ਗੱਲ ਕੀ ਹੋ ਸਕਦੀ ਸੀਗੀ, ਰਾਈਟ। ਤੇ ਹੁਣ ਦੇਖੋ ਆਪਾਂ ਇਸ ਸਟੋਰੀ ਦੇ ਵਿੱਚ ਵੀ ਜਿੱਦਾਂ ਖੁਦਾਵੰਦ ਯਿਸੂ ਮਸੀਹ ਨੇ ਪਤਰਸ ਨੂੰ ਜਿੱਦਾਂ ਸਾਰਾ ਕੁਝ ਸਮਝਾਇਆ ਹੈ, ਤੇ ਆਪਾਂ ਵੀ ਕਦੀ ਕਦੀ ਇੱਦਾਂ ਹੋ ਜਾਂਦਾ ਹੈ ਕਿ ਆਪਣੀ ਲਾਈਫ ਦੇ ਵਿੱਚ ਇੱਦਾਂ ਦੀਆਂ ਸਿਚੁਏਸ਼ਨਸ ਆ ਜਾਂਦੀਆਂ ਹੈ ਕਿ ਆਪਾਂ ਤਾਂ ਖੁਦਾਵੰਦ ਕੋਲੋਂ ਮਾਫੀ ਮੰਗਦੇ ਆ, ਖੁਦਾ ਸਾਨੂੰ ਮਾਫ ਵੀ ਕਰ ਦਿੰਦਾ ਹੈ, ਪਰ ਅਸੀਂ ਲੋਕਾਂ ਨੂੰ ਮਾਫ ਨਹੀਂ ਕਰਦੇ। ਮਾਫੀ ਇਹ ਨਹੀਂ ਹੁੰਦੀ ਕਿ ਤੁਸੀਂ ਮਤਲਬ ਕਿ ਵੈਸੇ ਕਹਿੰਦਾ ਜਾਂ ਮੈਂ ਤੈਨੂੰ ਮਾਫ ਕੀਤਾ, ਨਹੀਂ। ਮਾਫੀ ਉਹ ਹੁੰਦੀ ਜਦੋਂ ਤੁਸੀਂ ਕਿਸੇ ਨੂੰ ਦਿਲੋਂ ਮਾਫ ਕਰਦੇ ਆ, ਰਾਈਟ। ਤੇ ਆਪਣੇ ਦਿਲ ਦੇ ਵਿੱਚ ਕੋਈ ਮੈਲ ਜਾਂ ਕਿਸੇ ਤਰੀਕੇ ਦੀ ਕੋਈ ਚੀਜ਼ ਨਹੀਂ ਰੱਖਦੇ, ਉਹ ਮਾਫੀ ਹੁੰਦੀ ਹੈ। ਜਿੱਦਾਂ ਆਪਾਂ ਦੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਡੇ ਪਾਪਾਂ ਲਈ ਜਿਹੜੀ ਮਾਫੀ ਮੰਗੀ, ਜਦ ਕਿ ਖੁਦਾਵੰਦ ਨੂੰ ਕੀ ਜ਼ਰੂਰਤ ਸੀ, ਉਹਨਾਂ ਨੇ ਤਾਂ ਕੋਈ ਪਾਪ ਹੀ ਨਹੀਂ ਸੀ ਕੀਤਾ, ਉਹ ਤਾਂ ਇੰਨੇ ਪਵਿੱਤਰ ਸੀ, ਪਰ ਉਹਨਾਂ ਨੇ ਸਾਡੇ ਲਈ ਮਾਫੀ ਮੰਗੀ ਤਾਂ ਕਿ ਅਸੀਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਜਾ ਸਕੀਏ, ਕਿਉਂਕਿ ਖੁਦਾਵੰਦ ਇੰਨਾ ਪਵਿੱਤਰ ਹੈ। ਅਗਰ ਸਾਡੇ ਵਿੱਚ ਕੋਈ ਪਾਪ ਹੈ ਤਾਂ ਅਸੀਂ ਤਾਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਜਾ ਹੀ ਨਹੀਂ ਸਕਦੇ। ਪਰ ਖੁਦਾਵੰਦ ਯਿਸੂ ਮਸੀਹ ਨੇ ਸਾਡੇ ਪਾਪਾਂ ਨੂੰ ਆਪਣੇ ਸਿਰ ਤੇ ਚੁੱਕ ਕੇ ਤੇ ਪਰਮਾਨੈਂਟਲੀ ਸਾਨੂੰ ਖੁਦਾਵੰਦ ਦੇ ਨਾਲ ਜੋੜਿਆ ਤਾਂ ਕਿ ਅਸੀਂ ਖੁਦਾਵੰਦ ਦੇ ਨਾਲ ਡਾਇਰੈਕਟ ਗੱਲ ਕਰ ਸਕੀਏ ਔਰ ਖੁਦਾਵੰਦ ਦੀ ਹਜ਼ੂਰੀ ਵਿੱਚ ਡਾਇਰੈਕਟ ਜਾ ਸਕੀਏ। ਇੰਨਾ ਸਾਡੇ ਲਈ ਉਹਨਾਂ ਨੇ ਰਸਤਾ ਕਲੀਅਰ ਕੀਤਾ, ਸਾਡੇ ਪਾਪਾਂ ਦੀ ਮਾਫੀ ਮੰਗ ਕੇ, ਸਾਡੇ ਪਾਪ ਆਪਣੇ ਉੱਤੇ ਚੁੱਕ ਕੇ।
ਤੇ ਫਿਰ ਆਪਾਂ ਜਦੋਂ ਨਾ ਮੈਂ ਇੱਕ ਸਟੋਰੀ ਤੁਹਾਡੇ ਨਾਲ ਇਹਦੇ ਮਾਫੀ ਦੇ ਹਵਾਲੇ ਨਾਲ ਇੱਕ ਹੋਰ ਸ਼ੇਅਰ ਕਰਨਾ ਚਾਹੂੰਗੀ। ਜਦੋਂ ਆਪਾਂ ਉਤਪਤੀ ਦੀ ਬੁੱਕ ਪੜ੍ਹਦੇ ਹਾਂ, ਦਾ ਬੁੱਕ ਆਫ ਜੈਨੇਸਿਸ ਚੈਪਟਰ ਜਿਹੜਾ 50 ਹੈ, ਉਹਦੀ ਵਰਸ 15 ਤੋਂ 21 ਤੱਕ, ਮੈਨੂੰ ਪਤਾ ਤੁਹਾਨੂੰ ਇਹ ਸਾਰਿਆਂ ਨੂੰ ਸਟੋਰੀ ਪਤਾ ਹੈ ਕਿ ਕਿੱਦਾਂ ਯੂਸਫ ਦੇ ਜਿਹੜੇ ਬ੍ਰਦਰ ਸੀਗੇ ਉਹਨਾਂ ਨੇ ਕਿਸ ਤਰੀਕੇ ਨਾਲ ਉਹਦੇ ਨਾਲ ਬਿਹੇਵ ਕੀਤਾ ਸੀ। ਜਦੋਂ ਉਹ ਛੋਟਾ ਹੁੰਦਾ ਸੀ ਤੇ ਉਹਨੂੰ ਇੱਕ ਖੂਹ ਦੇ ਵਿੱਚ ਸੁੱਟ ਦਿੰਦੇ ਆ ਤੇ ਆਪਣੇ ਫਾਦਰ ਨੂੰ ਜਾ ਕੇ ਕਹਿੰਦੇ ਹੈ ਕਿ ਉਹ ਤਾਂ ਮਰ ਗਿਆ, ਮਤਲਬ ਉਹਦੀ ਤਾਂ ਡੈਥ ਹੋ ਗਈ ਹੈ, ਹੀ ਇਜ਼ ਨੋ ਮੋਰ। ਤੇ ਕਿੱਦਾਂ ਝੂਠ ਬੋਲਦੇ ਆ, ਪਰ ਉਹਨੂੰ ਤਾਂ ਮਤਲਬ ਕਿ ਆਪਾਂ ਜਿੱਦਾਂ ਉਹ ਸਟੋਰੀ ਸਾਰਿਆਂ ਨੇ ਪੜ੍ਹੀ ਹੋਈ ਹੈ, ਕਿੱਦਾਂ ਅਜਿਪਟ ਦੇ ਲੋਕੀ ਉਹਨੂੰ ਯੂਸਫ ਨੂੰ ਲੈ ਜਾਂਦੇ ਆ। ਫਿਰ ਜਿੱਦਾਂ ਯੂਸਫ ਜਦੋਂ ਮਿਸਰ ਦੇ ਵਿੱਚ ਚਲਾ ਜਾਂਦਾ ਹੈ, ਕਿੱਦਾਂ ਉੱਥੇ ਰਹਿੰਦਾ ਆ। ਤੇ ਆਪਾਂ ਨੂੰ ਉਹ ਵੀ ਸਟੋਰੀ ਪਤਾ ਹੈ ਕਿ ਸਾਰਾ ਮਤਲਬ ਕਿ ਉਹਨੂੰ ਖੁਦਾਵੰ ਨੇ ਉੱਥੇ ਕਿੰਨੀ ਜ਼ਿਆਦਾ ਜਾ ਕੇ ਉਹਨੂੰ ਬਲੈਸ ਕੀਤਾ, ਉੱਥੋਂ ਦਾ ਪ੍ਰਧਾਨ ਮੰਤਰੀ ਬਣ ਗਿਆ। ਤੇ ਉਹ ਕਿੱਦਾਂ ਖੁਦਾਵੰ ਦੀ ਹਜ਼ੂਰੀ ਦੇ ਨਾਲ ਚੱਲਦਾ ਰਿਹਾ, ਕੋਈ ਉਹਨੇ ਪਾਪ ਨਹੀਂ ਕੀਤਾ। ਜਿੱਦਾਂ ਆਪਾਂ ਉਹਦੀ ਸਟੋਰੀ ਪੜ੍ਹਦੇ ਹਾਂ ਕਿ ਪੋਤੀਫਰ ਦੀ ਵਾਈਫ ਨੇ ਉਹਨੂੰ ਕਿੱਦਾਂ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੀਆਂ ਰੂਹਾਨੀ ਅੱਖਾਂ ਖੁੱਲੀਆਂ ਸੀ ਤੇ ਉਹਨੇ ਕੋਈ ਵੀ ਪਾਪ ਨਾ ਕੀਤਾ। ਤੇ ਫਿਰ ਦੇਖਦੇ ਖੁਦਾਵੰ ਦੀਆਂ ਬਲੈਸਿੰਗ ਉਹਦੇ ਉੱਤੇ ਆਈਆਂ ਕਿ ਉਹ ਪ੍ਰਧਾਨ ਮੰਤਰੀ ਬਣ ਗਿਆ। ਤੇ ਆਪਾਂ ਦੇਖਦੇ ਹਾਂ ਵੀ ਕਿੱਦਾਂ ਜਿੱਥੇ ਯੂਸਫ ਦੇ ਬ੍ਰਦਰ ਰਹਿ ਰਹੇ ਸੀ, ਕਿੱਥੇ ਉੱਤੇ ਅਕਾਲ ਪੈ ਗਿਆ, ਰਾਈਟ। ਤੇ ਵਾਪਸ ਉਹਦੇ ਕੋਲੋਂ ਕਿੱਦਾਂ ਅਨਾਜ ਲੈਣ ਲਈ ਆਉਂਦੇ ਆ। ਔਰ ਉੱਥੇ ਜਦੋਂ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਉਹਨਾਂ ਦਾ ਬ੍ਰਦਰ ਜਿਹੜਾ ਹੈਗਾ ਆ ਉੱਥੋਂ ਦਾ ਪ੍ਰਧਾਨ ਮੰਤਰੀ ਹੈ। ਤੇ ਉਹ ਤਾਂ ਸਾਰੀ ਸਟੋਰੀ ਆਪਾਂ ਨੂੰ ਪਤਾ ਹੀ ਹੈ। ਮੇਰਾ ਦੱਸਣ ਦਾ ਇਹ ਮਤਲਬ ਹੈ ਕਿ ਜਦੋਂ ਉਹਦੇ ਯੂਸਫ ਦੇ ਮਤਲਬ ਕਿ ਫਾਦਰ ਦੀ ਜਦੋਂ ਡੈਥ ਹੋ ਜਾਂਦੀ ਹੈ, ਤੇ ਹੁਣ ਜਦੋਂ ਡੈਥ ਹੋ ਗਈ, ਹੁਣ ਉਹਦੇ ਜਿਹੜੇ ਬ੍ਰਦਰ ਹੈ ਉਹ ਸੋਚਦੇ ਆ ਵੀ ਹੁਣ ਅਸੀਂ ਇਹਦੇ ਨਾਲ ਇੰਨਾ ਮਿਸਬਿਹੇਵ ਕੀਤਾ ਸੀਗਾ, ਹੀ ਹੁਣ ਸਾਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਟਰੀਟ ਕਰੇਗਾ। ਤੇ ਪਰ ਆਪਾਂ ਖੁਦਾ ਦਾ ਕਲਾਮ ਜਦੋਂ ਉਹਦੇ ਵਿੱਚ ਪੜ੍ਹਦੇ ਹਾਂ ਕਿ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਮੈਸੇਜ ਭੇਜਦੇ ਆ ਕਿ ਸਾਡਾ ਪਿਤਾ ਕਹਿੰਦਾ ਸੀ ਕਿ ਇਹਨਾਂ ਨੂੰ ਮਤਲਬ ਕਿ ਇਹਨਾਂ ਨੂੰ ਠੀਕ ਤਰੀਕੇ ਦੇ ਨਾਲ ਰੱਖੀ। ਤੇ ਜਦੋਂ ਉਹਨੂੰ ਯੂਸਫ ਨੂੰ ਪਤਾ ਲੱਗਦਾ ਤੇ ਉਹ ਰੋਣਾ ਸ਼ੁਰੂ ਕਰ ਦਿੰਦਾ। ਫਿਰ ਉਹਦੇ ਬ੍ਰਦਰ ਖੁਦ ਹੀ ਉਹਦੇ ਕੋਲੇ ਆ ਕੇ ਕਹਿੰਦੇ ਆ ਕਿ ਅਸੀਂ ਤੇਰੇ ਦਾਸ ਹਾਂ, ਤੂੰ ਸਾਡੀ ਮਤਲਬ ਟੇਕ ਕੇਅਰ ਕਰ, ਇਹ ਵੀ ਤੇਰਾ ਫਾਦਰ ਵੀ ਕਹਿ ਕੇ ਗਿਆ ਹੈ। ਫਿਰ ਉੱਥੇ ਦੇਖੋ ਆਪਾਂ ਉਹਦੀ ਸਟੋਰੀ ਤੇ ਕਿ ਯੂਸਫ ਕਿੱਦਾਂ ਆਪਣੇ ਬ੍ਰਦਰਸ ਨੂੰ ਮਾਫ ਕਰ ਦਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਸਿਰਫ ਤੁਹਾਡੀ ਨਹੀਂ ਬਲਕਿ ਤੁਹਾਡੇ ਬਾਲ ਬੱਚਿਆਂ ਦੀ ਸਭ ਦੀ ਮੈਂ ਟੇਕ ਕੇਅਰ ਕਰਾਂਗਾ। ਤੇ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਯੂਸਫ ਦਾ ਕਿੰਨਾ ਵੱਡਾ ਦਿਲ ਸੀਗਾ ਕਿ ਉਹਨੇ ਉਹਨਾਂ ਨੂੰ ਮਾਫ ਕਰ ਦਿੱਤਾ। ਤੇ ਜਦ ਕਿ ਉਹ ਮਾਫੀ ਦੇ ਲਾਇਕ ਨਹੀਂ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਉਹਨੂੰ ਬਿਹੇਵ ਕੀਤਾ ਸੀਗਾ, ਪਰ ਖੁਦਾ ਦਾ ਡਰ ਰੱਖਣ ਵਾਲਾ ਯੂਸਫ ਸੀਗਾ, ਉਹਨੇ ਉਹਨੂੰ ਮਾਫ ਕੀਤਾ, ਰਾਈਟ। ਆਪਣੇ ਸਾਰੇ ਬ੍ਰਦਰ ਨੂੰ ਉਹਨਾਂ ਦੀ ਟੇਕ ਕੇਅਰ ਕੀਤੀ। ਤੇ ਮੇਰਾ ਅੱਜ ਦੱਸਣ ਦਾ ਮਤਲਬ ਇਹ ਹੀ ਹੈ, ਫੋਰਗਿਵਨੈਸ ਜਿਹੜੀ ਹੁੰਦੀ ਹੈ, ਫੋਰਗਿਵਨੈਸ ਇੱਕ ਬਹੁਤ ਹੀ ਵੱਡਾ ਟੌਪਿਕ ਹੈ ਜਦੋਂ ਆਪਾਂ ਇਹਨੂੰ ਡਿਸਕਸ ਕਰਦੇ ਹਾਂ, ਜਦੋਂ ਖੁਦਾ ਦੇ ਕਲਾਮ ਦੇ ਵਿੱਚ ਵੀ ਆਪਾਂ ਦੇਖਦੇ ਹਾਂ। ਤੇ ਜਿਹੜਾ ਇਹਦਾ ਆਪਾਂ ਤੀਸਰਾ ਜਿਹੜਾ ਵੀ ਦੇਖਿਆ ਹੈ ਕਿ ਕਿਉਂ ਸਾਨੂੰ ਮਤਲਬ ਕਿ ਫੋਰਗਿਵ ਦੂਸਰਿਆਂ ਨੂੰ ਕਰਨਾ ਪੈਂਦਾ ਹੈ। ਤੇ ਜਿਹੜਾ ਆਪਾਂ ਦੇਖਦੇ ਹਾਂ, ਜਿੱਦਾਂ ਆਪਾਂ ਪਹਿਲਾਂ ਜਿਹੜਾ ਸਕ੍ਰਿਪਚਰ ਵੀ ਪੜ੍ਹਿਆ ਸੀ, ਜੌਨ ਜਿਹੜਾ ਦ ਬੁੱਕ ਆਫ ਜੌਨ ਤੇ ਚੈਪਟਰ 8 ਵਰਸ 1 to 11, ਜਿਹਦੇ ਵਿੱਚ ਦੇਖਦੇ ਹਾਂ ਕਿ ਇੱਕ ਇਸਤਰੀ ਨੂੰ ਕਿੱਦਾਂ ਖੁਦਾਵੰਦ ਯਿਸੂ ਮਸੀਹ ਦੇ ਕੋਲੇ ਉਹ ਲੈ ਆਉਂਦੇ ਆ ਅਤੇ ਕਹਿੰਦੇ ਹੈ ਕਿ ਇਹਨੇ ਵਿਆਭਿਆਚਾਰ ਕੀਤਾ ਹੈ ਔਰ ਮੂਸਾ ਦਾ ਲਾਅ ਤਾਂ ਸਾਨੂੰ ਇਹ ਕਹਿੰਦਾ ਹੈ ਕਿ ਇਹਨੂੰ ਪਥਰਾਵ ਕਰ ਦਿੱਤਾ ਜਾਵੇ, ਰਾਈਟ। ਪਰ ਖੁਦਾਵੰਦ ਯਿਸੂ ਮਸੀਹ ਨੂੰ ਉਹ ਪਰਖਣਾ ਵੀ ਚਾਹੁੰਦੇ ਸੀ। ਇਹਦੇ ਵਿੱਚ ਕਿੰਨੀਆਂ ਹੀ ਚੀਜ਼ਾਂ, ਬਹੁਤ ਗਹਿਰਾਈ ਹੈ ਇਸ ਮਤਲਬ ਪੈਰਾਗ੍ਰਾਫ ਨੂੰ ਜਦੋਂ ਤੁਸੀਂ ਪੜ੍ਹਦੇ ਆ। ਤੇ ਖੁਦਾਵੰਦ ਯਿਸੂ ਮਸੀਹ ਕਿੱਦਾਂ ਨੀਚੇ ਲਿਖਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੀਆਂ ਸਟੱਡੀਜ਼ ਇਹ ਸ਼ੋ ਕਰਦੀਆਂ ਕਿ ਖੁਦਾਵੰਦ ਯਿਸੂ ਮਸੀਹ ਨੇ ਜਦੋਂ ਨੀਚੇ ਲਿਖਣਾ ਸ਼ੁਰੂ ਕੀਤਾ ਸੀ, ਉਹਨਾਂ ਦੇ ਜਿਹੜੇ ਸੀਗੇ ਪਾਪ ਸੀਗੇ, ਜਿਹੜੇ ਲੋਕਾਂ ਨੇ ਮਤਲਬ ਕੀਤੇ ਹੋਏ ਸੀ, ਤੇ ਉਹ ਉਹਨਾਂ ਨੂੰ ਉੱਥੇ ਨਜ਼ਰ ਆ ਰਹੇ ਸੀ ਜਦੋਂ ਉਹ ਲਿਖ ਰਹੇ ਸੀਗੇ। ਕੋਈ ਐਗਜ਼ੈਕਟ ਤਾਂ ਮੈਂ ਨਹੀਂ ਕਹਿ ਸਕਦੀ, ਪਰ ਮਤਲਬ ਸਟੱਡੀਜ਼ ਤਾਂ ਇਹੀ ਸ਼ੋ ਕਰਦੀਆਂ। ਔਰ ਉਹ ਫਿਰ ਕਹਿੰਦਾ ਕਿ ਉਹ ਪਹਿਲਾਂ ਪੱਥਰ ਮਾਰੇ ਜਿਹਨੇ ਕੋਈ ਪਾਪ ਨਾ ਕੀਤਾ ਹੋਵੇ, ਰਾਈਟ। ਤੇ ਉੱਥੋਂ ਆਪਾਂ ਜਦੋਂ ਦੇਖਿਆ ਸਟੋਰੀ ਦੇ ਵਿੱਚ, ਆਪਾਂ ਜਦੋਂ ਪੜ੍ਹਿਆ ਕਿ ਹੌਲੀ ਹੌਲੀ ਉਹ ਸਾਰੇ ਹੀ ਉੱਥੋਂ ਜਾਣਾ ਚਲੇ ਗਏ ਔਰ ਔਰਤ ਇਕੱਲੀ ਰਹਿ ਗਈ। ਤੇ ਫਿਰ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਕਿ ਉਹ ਸਾਰੇ ਚਲੇ ਗਏ। ਕਹਿੰਦੀ ਹਾਂ, ਕਹਿੰਦੇ ਕਿਸੇ ਨੇ ਨਹੀਂ ਪੱਥਰ ਮਾਰਿਆ, ਕਹਿੰਦੇ ਨਹੀਂ ਕਿਸੇ ਨੇ ਨਹੀਂ ਪੱਥਰ ਮਾਰਿਆ। ਤੇ ਮਤਲਬ ਕਿ ਉਹ ਕਹਿੰਦੇ ਮੈਂ ਵੀ, ਕਹਿੰਦੇ ਕਿਸੇ ਨੇ ਮੇਰੇ ਤੇ ਦੋਸ਼ ਨਹੀਂ ਲਗਾਇਆ। ਤੇ ਖੁਦਾਵੰਦ ਯਿਸੂ ਮਸੀਹ ਕਿੰਨੇ ਪਿਆਰ ਨਾਲ ਕਹਿੰਦੇ ਕਿ ਮੈਂ ਵੀ ਤੇਰੇ ਤੇ ਦੋਸ਼ ਨਹੀਂ ਲਗਾਉਂਦਾ, ਪਰ ਤੂੰ ਦੁਬਾਰਾ ਪਾਪ ਨਾ ਕਰੇ, ਰਾਈਟ। ਤੇ ਮੇਰਾ ਇੱਥੇ ਸਟ੍ਰੈਸ ਇਸ ਗੱਲ ਤੇ ਦੇਣੀ ਹੈ, ਖੁਦਾਵੰਦ ਸਾਡੇ ਗੁਨਾਹ ਮਾਫ ਕਰ ਦਿੰਦਾ ਆ। ਜਦੋਂ ਖੁਦਾਵੰਦ ਸਾਡੇ ਗੁਨਾਹ ਮਾਫ ਕਰ ਦਿੰਦਾ ਹੈ ਤੇ ਸਾਨੂੰ ਉਹ ਸੇਮ ਗਲਤੀਆਂ ਦੁਬਾਰਾ ਆਪਣੀ ਲਾਈਫ ਦੇ ਵਿੱਚ ਰਿਪੀਟ ਨਹੀਂ ਕਰਨੀਆਂ ਚਾਹੀਦੀਆਂ, ਰਾਈਟ। ਕਿਉਂਕਿ ਜਦੋਂ ਵੀ ਸਾਨੂੰ ਮਾਫੀ ਮਿਲਦੀ ਹੈ, ਜਦੋਂ ਵੀ ਕਿਸੇ ਚੀਜ਼ ਦੀ, ਤੇ ਉਹਦੇ ਨਾਲ ਕੰਡੀਸ਼ਨਸ ਰੱਖੀਆਂ ਜਾਂਦੀਆਂ ਹੈ।
ਇੱਥੇ ਵੀ ਖੁਦਾਵੰਦ ਯਿਸੂ ਮਸੀਹ ਨੇ ਉਸ ਔਰਤ ਦੀ ਲਾਈਫ ਦੇ ਵਿੱਚ ਇੱਕ ਕੰਡੀਸ਼ਨ ਰੱਖੀ, ਔਰ ਇਹ ਨਹੀਂ ਉਹ ਖੁਦਾਵੰਦ ਨੇ ਕਿਹਾ ਕਿ ਮੈਂ ਜਾਣਦਾ ਕਿ ਤੂੰ ਮਤਲਬ ਕਿ ਉਹਨੂੰ ਬਿਲਕੁਲ ਵੀ ਡੀਗ੍ਰੇਡ ਨਹੀਂ ਕੀਤਾ, ਉਹਨੂੰ ਬਿਲਕੁਲ ਵੀ ਨਹੀਂ ਕਿਹਾ, ਪਰ ਉਹਨੂੰ ਇਹ ਅਹਿਸਾਸ ਵੀ ਕਰਵਾ ਦਿੱਤਾ ਕਿ ਮੈਨੂੰ ਪਤਾ ਹੈ ਕਿ ਤੂੰ ਗੁਨਾਹ ਦੇ ਵਿੱਚ ਸੀਗੀ ਔਰ ਤੂੰ ਪਕੜੀ ਗਈ ਹੈ, ਪਰ ਦੁਬਾਰਾ ਇਹ ਗੁਨਾਹ ਨਾ ਕਰੀ। ਰਾਈਟ, ਖੁਦਾਵੰਦ ਨੇ ਉਹਨੂੰ ਮਾਫ ਵੀ ਕਰਤਾ, ਨਾਲ ਇੱਕ ਕੰਡੀਸ਼ਨ ਵੀ ਦੇ ਦਿੱਤੀ। ਤੇ ਇਹ ਇੱਕ ਤਰੀਕੇ ਦੀ ਸਾਨੂੰ ਜਿਹੜੀ ਹੈਗੀ ਆ ਆਗਿਆ ਦਿੱਤੀ ਗਈ ਹੈ। ਰਾਈਟ, ਕਿ ਜਦੋਂ ਸਾਨੂੰ ਖੁਦਾਵੰਦ ਯਿਸੂ ਮਸੀਹ ਸਾਡੇ ਪਾਪਾ ਤੋਂ ਮਾਫ ਕਰ ਦਿੰਦੇ ਆ, ਜਦੋਂ ਵੀ ਅਸੀਂ ਕੋਈ ਗਲਤੀ ਕਰਦੇ ਆ ਤਾਂ ਸਾਨੂੰ ਉਹ ਰਿਪੀਟ ਨਹੀਂ ਕਰਨੀਆਂ ਚਾਹੀਦੀਆਂ, ਔਰ ਸਾਨੂੰ ਦੂਸਰਿਆਂ ਦੇ ਵਿੱਚੋਂ ਗਲਤੀਆਂ ਨਹੀਂ ਲੱਭਣੀਆਂ ਚਾਹੀਦੀਆਂ, ਔਰ ਉਹਨਾਂ ਦੀਆਂ ਅਗਰ ਗਲਤੀ ਸਾਨੂੰ ਨਜ਼ਰ ਵੀ ਆਉਂਦੀ ਕਿਸੇ ਦੇ ਵਿੱਚ, ਸਾਨੂੰ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈਗਾ ਆ, ਔਰ ਉਹਨੂੰ ਦਿਲੋਂ ਮਾਫ ਕਰਨਾ ਚਾਹੀਦਾ ਹੈ, ਜਿੱਦਾਂ ਖੁਦਾਵੰਦ ਯਿਸੂ ਮਸੀਹ ਨੇ ਉਸ ਔਰਤ ਨੂੰ ਮਾਫ ਕਰ ਦਿੱਤਾ। ਰਾਈਟ, ਔਰ ਜਿੱਦਾਂ ਆਪਾਂ ਮਤੀ ਦੀ ਬੁੱਕ ਦੇ ਵਿੱਚ ਵੀ ਜਿੱਦਾਂ ਮੈਂ ਪੜ੍ਹਿਆ ਸੀਗਾ ਚੈਪਟਰ 18 ਵਰਸ 21 ਦੇ ਵਿੱਚ, ਜਦੋਂ ਪਤਰਸ ਨੇ ਖੁਦਾਵੰਦ ਯਿਸੂ ਮਸੀਹ ਨੂੰ ਕਿਹਾ ਕਿ 7 ਵਾਰ ਉਹਨਾਂ ਨੇ ਕਿਹਾ ਕਿ ਨਹੀਂ 70 ਗੁਣਾ ਤੱਕ। ਤੇ ਹੁਣ ਆਪਾਂ ਫੋਰਗਿਵਨੈਸ ਦੇ ਵਿੱਚ ਇਹ ਦੇਖਣਾ ਹੈ ਕਿ ਜਦੋਂ ਸਾਨੂੰ ਮਾਫ ਕਿਸੇ ਨੂੰ ਇੱਕ ਵਾਰੀ ਕਰਨ ਨੂੰ ਨਹੀਂ ਕਿਹਾ, ਸਾਨੂੰ 70 ਗੁਣਾ ਤੱਕ ਕਿਹਾ। ਇਹਦਾ ਮਤਲਬ ਇਹ ਹੈ ਵੀ ਹੁਣ ਜਦੋਂ ਵੀ ਅਸੀਂ ਡੇਲੀ ਦੁਆ ਦੇ ਵਿੱਚ ਬੈਠਦੇ ਹਾਂ ਜਾਂ ਵੀ ਅਸੀਂ ਖੁਦਾ ਦਾ ਵਚਨ ਪੜ੍ਹਦੇ ਹਾਂ, ਜੋ ਵੀ ਸਾਡੀ ਐਕਟੀਵਿਟੀਜ਼ ਡੇਲੀ ਹੁੰਦੀ ਹੈ, ਸਭ ਤੋਂ ਪਹਿਲਾਂ ਸਾਡੇ ਆਪਣੇ ਮਨ ਨੂੰ ਕਲੀਅਰ ਕਰਨਾ ਚਾਹੀਦਾ। ਅਗਰ ਸਾਡੇ ਦਿਲ ਦੇ ਵਿੱਚ ਕਿਸੇ ਲਈ ਕੁਝ ਵੀ ਜਿੱਦਾਂ ਕਹਿੰਦੇ ਹਾਂ ਗੁੱਸਾ ਹੈ ਜਾਂ ਕਿਸੇ ਤਰੀਕੇ ਦੀ ਕੋਈ ਵੀ ਨਾਰਾਜ਼ਗੀ ਹੈ, ਸਾਨੂੰ ਆਪਣੇ ਆਪ ਤੋਂ ਪਹਿਲਾਂ ਉਹਨੂੰ ਆਪਣੇ ਆਪ ਨੂੰ ਉਸ ਚੀਜ਼ ਤੋਂ ਖਾਲੀ ਕਰਨਾ ਚਾਹੀਦਾ, ਉਸ ਸ਼ਖਸ ਤੋਂ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਬਿਫੋਰ ਵੀ ਪ੍ਰੇ, ਬਿਫੋਰ ਵੀ ਰੀਡ ਦਾ ਵਰਡ ਆਫ ਗॉड। ਔਰ ਕੁਝ ਵੀ ਅਸੀਂ ਕਰਦੇ ਹਾਂ, ਸਾਨੂੰ ਪਹਿਲਾਂ ਉਸ ਸ਼ਖਸ ਨੂੰ, ਉਸ ਇਨਸਾਨ ਨੂੰ ਕੰਪਲੀਟਲੀ ਫੋਰਗਿਵ ਕਰ ਦੇਣਾ ਚਾਹੀਦਾ ਹੈ, ਜਿੱਦਾਂ ਸਾਨੂੰ ਖੁਦਾਵੰਦ ਯਿਸੂ ਮਸੀਹ ਨੇ ਜਿੱਦਾਂ ਸਾਨੂੰ ਮਾਫ ਕੀਤਾ। ਜਿੱਦਾਂ ਕਿ ਆਪਾਂ ਪਵਿੱਤਰ ਵਚਨਾਂ ਦੇ ਵਿੱਚੋਂ ਬਹੁਤ ਸਾਰੇ ਐਗਜ਼ਾਮਪਲਸ ਅੱਜ ਪੜ੍ਹੀਆਂ ਆ, ਜਿੱਦਾਂ ਮੈਂ ਤੁਹਾਨੂੰ ਯੂਸਫ ਦੀ ਸਟੋਰੀ ਦੱਸੀ ਕਿ ਯੂਸਫ ਨੇ ਕਿੱਦਾਂ ਆਪਣੇ ਭਰਾਵਾਂ ਨੂੰ ਮਾਫ ਕਰ ਦਿੱਤਾ। ਰਾਈਟ, ਤੇ ਫਿਰ ਆਪਾਂ ਦੇਖਿਆ ਹੈ ਕਿ ਪਤਰਸ ਨੇ ਜਦੋਂ ਪੁੱਛਿਆ ਖੁਦਾਵੰਦ ਯਿਸੂ ਮਸੀਹ ਨੂੰ, ਤੇ ਉਹਨਾਂ ਨੇ 7 ਵਾਰ ਨਹੀਂ ਬਲਕਿ ਕਿ 70 ਗੁਣਾ ਤੱਕ ਸਾਨੂੰ ਮਾਫ ਕਰ ਦੇਣਾ ਚਾਹੀਦਾ। ਔਰ ਸਭ ਤੋਂ ਵੱਡੀ ਤਾਂ ਇਹ ਗੱਲ ਹੈ ਕਿ ਖੁਦਾਵੰਦ ਯਿਸੂ ਮਸੀਹ ਸਾਡੇ ਲਈ ਕੁਰਬਾਨ ਹੋ ਗਏ ਤਾਂ ਕਿ ਸਾਨੂੰ ਪਾਪਾਂ ਤੋਂ ਮਾਫੀ ਮਿਲ ਜਾਵੇ। ਉਹਨਾਂ ਨੇ ਸਾਨੂੰ ਇੰਨੀ ਵੱਡੀ ਸਾਡੇ ਲਈ ਕੁਰਬਾਨੀ ਦੇ ਦਿੱਤੀ, ਤੇ ਅਸੀਂ ਫਿਰ ਵੀ ਆਪਣੀ ਡੇਲੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਐਕਟੀਵਿਟੀਜ਼ ਜਾਂ ਬਹੁਤ ਸਾਰੀਆਂ ਇੱਦਾਂ ਦੀਆਂ ਸਾਡੇ ਚੀਜ਼ਾਂ ਕਰ ਜਾਂਦੇ ਹਾਂ ਕਿ ਅਸੀਂ ਲੋਕਾਂ ਲਈ ਆਪਣੇ ਦਿਲ ਦੇ ਵਿੱਚ ਹਮੇਸ਼ਾ ਗੁੱਸਾ ਰੱਖਦੇ ਹਾਂ, ਐਂਗਰ ਰੱਖਦੇ ਹਾਂ, ਔਰ ਕਿਸੇ ਨੇ ਸਾਨੂੰ 2-3 ਸਾਲ ਪਹਿਲਾਂ ਵੀ ਗੱਲ ਕਹੀ ਹੁੰਦੀ ਆ, ਤੇ ਉਹ ਜਦੋਂ ਸ਼ਖਸ ਸਾਡੇ ਸਾਹਮਣੇ ਆ ਜਾਂਦਾ ਹੈ ਸਾਡੇ ਦਿਲ ਦੇ ਵਿੱਚ, ਫਿਰ ਉਹ ਕਿਤੇ ਨਾ ਕਿਤੇ ਉਹ ਆ ਜਾਂਦੀ ਚੀਜ਼, ਅੱਛਾ ਇਹਨੇ ਤਾਂ ਮੈਨੂੰ ਉਹ ਕਿਹਾ ਸੀਗਾ। ਪਰ ਅੱਜ ਮੇਰੇ ਭੈਣੋ ਤੇ ਭਰਾਓ, ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦੀ ਹਾਂ ਕਿ ਅਗਰ ਤੁਸੀਂ ਖੁਦਾਵੰਦ ਦੀ ਹਜ਼ੂਰੀ ਵਿੱਚ ਜਾਣਾ ਹੈ, ਅਗਰ ਤੁਸੀਂ ਖੁਦਾਵੰਦ ਵਿੱਚ ਅੱਗੇ ਵਧਣਾ ਹੈ, ਤਾਂ ਸਾਨੂੰ ਮਾਫ ਕਰ ਦੇਣਾ ਚਾਹੀਦਾ ਹੈ, ਚਾਹੇ ਕਿਸੇ ਨੇ ਜਿੰਨਾ ਮਰਜ਼ੀ ਵੱਡਾ ਗੁਨਾਹ ਕਿਉਂ ਨਾ ਕੀਤਾ ਹੋਵੇ। ਜਦੋਂ ਖੁਦਾਵੰਦ ਸਾਨੂੰ ਮਾਫ ਕਰ ਦਿੰਦਾ ਤੇ ਅਸੀਂ ਕੌਣ ਹੁੰਨੇ ਹਾਂ ਕਿ ਅਸੀਂ ਕਿਸੇ ਨੂੰ ਮਾਫ ਨਾ ਕਰੀਏ। ਤੇ ਅੱਜ ਦਾ ਇਹ ਕਲਾਮ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਹੋਪਫੁਲੀ ਤੁਸੀਂ ਅੰਡਰਸਟੈਂਡ ਕੀਤਾ ਹੋਏਗਾ। ਜਦੋਂ ਮੈਂ ਪ੍ਰਪੇਅਰ ਕਰ ਰਹੀ ਸੀ ਇਸ ਕਲਾਮ ਨੂੰ, ਮੈਨੂੰ ਖੁਦ ਨੂੰ ਬਹੁਤ ਕੁਝ ਇਹਦੇ ਵਿੱਚੋਂ ਸਿੱਖਣ ਲਈ ਮਿਲਿਆ, ਔਰ ਮੈਂ ਬਹੁਤ ਕੁਝ ਇਹ 'ਚ ਲਰਨ ਵੀ ਕੀਤਾ। ਜਿੰਨੀਆਂ ਐਗਜ਼ਾਮਪਲਸ ਮੈਂ ਤੁਹਾਡੇ ਲਈ ਪੜ੍ਹੀਆਂ, ਔਰ ਕਿੱਦਾਂ ਅਸੀਂ ਗੁਨਾਹ ਦੇ ਵਿੱਚ ਸੀਗਾ, ਮਤਲਬ ਕਿੱਦਾਂ ਅਸੀਂ ਸ਼ੁਰੂ ਤੋਂ ਹੀ ਪਾਪੀ ਸੀ, ਤੇ ਕਿੱਦਾਂ ਸਾਨੂੰ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਬਚਾਇਆ, ਔਰ ਕਿੱਦਾਂ ਆਪਣੀ ਕੁਰਬਾਨੀ ਦਿੱਤੀ। ਔਰ ਫਿਰ ਆਪਾਂ ਇਹਦੇ ਵਿੱਚ ਇਹ ਵੀ ਸਿੱਖਿਆ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਡੇ ਲਈ ਮਾਫੀ ਮੰਗੀ ਕਿ ਬਾਪ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਕਿ ਕੀ ਕਰ ਰਹੇ ਆ। ਤੇ ਐਂਡ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਕਿ ਸਾਨੂੰ ਕਿਉਂ ਮਾਫ ਕਰ ਦੇਣਾ ਚਾਹੀਦਾ, ਕਿਉਂਕਿ ਖੁਦਾਵੰਦ ਯਿਸੂ ਮਸੀਹ ਅਗਰ ਉਸ ਗੁਨਾਹ ਵਾਲੀ ਔਰਤ ਨੂੰ ਮਾਫ ਕਰ ਸਕਦੇ ਆ, ਤੇ ਸਾਨੂੰ ਵੀ ਦੂਸਰਿਆਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ। ਇੱਕ ਵਾਰ ਨਹੀਂ ਬਲ 70 ਗੁਣਾ ਤੱਕ ਸਾਨੂੰ ਮਾਫ ਕਰਨ ਦੀ ਜ਼ਰੂਰਤ ਹੈ। ਤੇ ਅੱਜ ਦਾ ਕਲਾਮ ਇੰਨਾ ਹੀ ਹੈ, ਤੇ ਹੋਪਫੁਲੀ ਅੰਡਰਸਟੈਂਡ ਸਭ ਨੇ ਕੀਤਾ ਹੋਏਗਾ। ਮੈਂ ਬ੍ਰਦਰ ਜੌਨ ਦਾ ਥੈਂਕ ਯੂ ਕਰਨਾ ਚਾਹੂँगी। ਥੈਂਕ ਯੂ ਬ੍ਰਦਰ ਜੌਨ ਅਗੇਨ giving me this opportunity to share the word of God. Before I close, I want to pray.
हालेलुया हालेलुया हालेलुया। खुदावंदों के खुदा, बादशाहों के बादशाह, हम आपका शुक्र करते हैं इस सुंदर समय के लिए खुदा बाप जी, जो आपने दिया कि मैं बहन भाइयों के साथ मिलके आपके वचनों को शेयर कर सकूं, आपके कलाम की गहराइयों को और जानूं खुदा बाप जी। जो आज का खुदा बाप जी जो टॉपिक था फॉरगिवनेस का खुदा बाप जी, होने दो कि हम आज खुदा बाप जी अभी से इकरार करें कि अगर खुदा बाप जी हम किसी को माफ़ नहीं कर सकते खुदा बाप जी, तो हमें आपकी हजूरी में खुदा बाप जी आने का अधिकार नहीं है खुदा बाप जी। होने दो आज हम, जैसे आपने हमें माफ़ किया, हम भी अपने कसूरवारों को खुदा बाप जी माफ़ करें और दिल से माफ़ करें। हालेलुया, थैंक यू खुदावंदों के खुदा, बादशाहों के बादशाह, हम आपका शुक्र करते हैं इस समय के लिए। और मैं दुआ करती जितने बहन भाई ये कलाम सुने खुदा बाप जी, हम सब की ज़िंदगी में मुझे 100 गुना फल को लेके आए। इन द नेम ऑफ जीसस आई आस्क दिस प्रे, आमेन।